ਪੰਜਾਬ ਦੇ ਵਿੱਚ ਕੋਈ 22 ਤੋਂ 25 ਜਗ੍ਹਾ ਦੇ ਉੱਤੇ NIA ਨੇ ਛਾਪੇਮਾਰੀ ਕੀਤੀ, ਜਿਹੜੀ ਕਿ ਜੁਆਇੰਟ ਕੋਆਰਡੀਨੇਸ਼ਨ ਦੇ ਨਾਲ AGTF ਜਿਹੜੀ ਹੈ ਸਾਡਾ ਵਿੰਗ ਆ ਜਿਹੜਾ ਸਪੈਸ਼ਲਾਈਜ਼ਡ ਉਹ ਔਰ ਡਿਸਟ੍ਰਿਕਟ ਪੁਲਿਸ ਦੇ ਨਾਲ ਮਿਲ ਕੇ ਕੀਤੀ ਹੈ। ਸਰ ਕਿਉਂਕਿ ਪਿਛਲੇ ਦਿਨੀ ਇੱਕ ਇਨਪੁਟ ਵੀ ਆਈਆਂ ਸੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿਚਕਾਰ ਮਾਹੌਲ ਖਰਾਬ ਕਰਨ ਵਾਸਤੇ ਸਲੀਪਰ ਸੈੱਲ ਜੇ ਨੇ ਉਹ ਐਕਟਿਵ ਨੇ ਇਸ ਵੇਲੇ ਤੇ ਕਈ ਥਾਵਾਂ ਤੇ ਜਿਹੇ ਬਰਾਮਦਗੀ ਵੀ ਹੋਈ ਹੈ ਹਥਿਆਰਾਂ ਦੀ। ਪਿਛਲੇ ਟਾਈਮ ਦੇ ਵਿੱਚ ਅਸੀਂ ਕਰੀਬ 300 ਤੋਂ ਉੱਤੇ ਜਿਹੜੇ ਨੇ ਗੈਂਗਸਟਰ ਫੜੇ ਆ। ਕਈ ਵੈਪਨ ਆ ਜਿਹੜੇ ਵਿਦਿਨ ਦੀ ਕੰਟਰੀ ਆਉਂਦੇ ਆ, ਕਈ ਦੂਜੀਆਂ ਸਟੇਟਸ ਤੋਂ ਆਉਂਦੇ ਆ, ਕਈ ਅਕ੍ਰੋਸ ਦੀ ਬਾਰਡਰ ਵੀ ਆਉਂਦੇ ਆ। ਸੋ ਡਿਪੈਂਡ ਕਰਦਾ ਕਿ ਕਿਸ ਤਰੀਕੇ ਦਾ ਵੈਪਨ ਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ NIA ਨੇ ਦੇਸ਼ ਭਰ ਦੇ ਵਿਚਕਾਰ ਛਾਪੇਮਾਰੀ ਕੀਤੀ ਤੇ ਛਾਪੇਮਾਰੀ ਪੰਜਾਬ ਦੇ ਵਿਚਕਾਰ ਵੀ ਹੋਈ ਹੈ ਤੇ IGP ਸੁਖਚੈਨ ਸਿੰਘ ਗਿੱਲ ਸਾਡੇ ਨਾਲ ਇੱਥੇ ਮੌਜੂਦ ਨੇ। ਸਰ, NIA ਛਾਪੇਮਾਰੀ ਕਰਦੀ ਪੂਰੇ ਦੇਸ਼ ਭਰ ਦੇ ਵਿਚਕਾਰ 50 ਤੋਂ ਵੱਧ ਥਾਵਾਂ ਦੇ ਵਿਚਕਾਰ ਜਿਹੇ ਛਾਪੇਮਾਰੀ ਹੁੰਦੀ ਹੈ। ਕਿਹਾ ਜਾਂਦਾ ਕਿ ਅੱਤਵਾਦੀ ਜਿਹੇ ਹੁਣ ਗੈਂਗਸਟਰਾਂ ਦੀ ਮਦਦ ਕਰ ਰਹੇ ਨੇ ਤੇ ਇਹ ਛਾਪੇਮਾਰੀ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਵਿੱਚ ਕੋਈ 22 ਤੋਂ 25 ਜਗ੍ਹਾ ਦੇ ਉੱਤੇ NIA ਨੇ ਛਾਪੇਮਾਰੀ ਕੀਤੀ, ਜਿਹੜੀ ਕਿ ਜੁਆਇੰਟ ਕੋਆਰਡੀਨੇਸ਼ਨ ਦੇ ਨਾਲ AGTF ਜਿਹੜੀ ਹੈ ਸਾਡਾ ਵਿੰਗ ਆ ਜਿਹੜਾ ਸਪੈਸ਼ਲਾਈਜ਼ਡ ਉਹ ਔਰ ਡਿਸਟ੍ਰਿਕਟ ਪੁਲਿਸ ਦੇ ਨਾਲ ਮਿਲ ਕੇ ਕੀਤੀ ਹੈ। ਔਰ ਉਹ ਕਿਉਂਕਿ ਇਹ ਜਿਹੜਾ ਇਸ਼ੂ ਆ ਜਿਹੜਾ ਗੈਂਗਸਟਰਸ ਦਾ ਵਾ, ਇਹਦੀਆਂ ਇੰਟਰਨੈਸ਼ਨਲ ਔਰ ਇੰਟਰਸਟੇਟ ਰੈਮੀਫਿਕੇਸ਼ਨਸ ਆ ਔਰ ਇਹਨਾਂ ਦਾ ਕਈ ਜਗ੍ਹਾ ਦੇ ਉੱਤੇ ਨੈਕਸਸ ਜਿਹੜਾ ਵਾ ਟੈਰਰਿਸਟ ਦੇ ਨਾਲ ਵੀ ਦੇਖਣ ਨੂੰ ਮਿਲਿਆ ਵਾ। ਸੋ ਇਸ ਕਰਕੇ NIA ਬੀਇੰਗ ਪ੍ਰਾਈਮ ਏਜੰਸੀ, ਉਹਨਾਂ ਨੇ ਸਟੇਟ ਪੁਲਿਸ ਦੇ ਨਾਲ ਸਾਡੇ ਜਿਹੜੇ ਸਪੈਸ਼ਲਿਸਟ ਵਿੰਗ ਆ ਉਹਨਾਂ ਦੇ ਕੋਆਰਡੀਨੇਸ਼ਨ ਦੇ ਨਾਲ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ। ਸਰ ਕਿਉਂਕਿ ਪਿਛਲੇ ਦਿਨੀ ਇੱਕ ਇਨਪੁਟ ਵੀ ਆਈਆਂ ਸੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿਚਕਾਰ ਮਾਹੌਲ ਖਰਾਬ ਕਰਨ ਵਾਸਤੇ ਸਲੀਪਰ ਸੈੱਲ ਜੇ ਨੇ ਉਹ ਐਕਟਿਵ ਨੇ ਇਸ ਵੇਲੇ ਤੇ ਕਈ ਥਾਵਾਂ ਤੇ ਜਿਹੇ ਬਰਾਮਦਗੀ ਵੀ ਹੋਈ ਹੈ ਹਥਿਆਰਾਂ ਦੀ। ਨਹੀਂ, ਉਹ ਲਗਾਤਾਰ ਸਾਡੀ ਦੇਖੋ ਜਿਹੜੀ ਸਾਡੀ ਕੈਂਪੇਨ ਆ ਉਹ ਅਸੀਂ ਡਰੱਗਸ ਤੇ ਔਰ ਗੈਂਗਸਟਰਸ ਤੇ ਤੁਸੀਂ ਦੇਖਿਆ ਪਿਛਲੇ 2-2.5 ਮਹੀਨੇ ਤੋਂ ਸਾਡਾ ਫੋਕਸ ਸਾਰਾ ਇਹਦੇ ਉੱਤੇ ਹੀ ਆ। ਸੋ ਉਹਦੇ ਉੱਤੇ ਲਗਾਤਾਰ ਕਾਰਵਾਈ ਜਾਰੀ ਹੈ। ਪਿਛਲੇ ਟਾਈਮ ਦੇ ਵਿੱਚ ਅਸੀਂ ਕਰੀਬ 300 ਤੋਂ ਉੱਤੇ ਜਿਹੜੇ ਨੇ ਗੈਂਗਸਟਰ ਫੜੇ ਆ। ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਡਰੱਗਸ ਦੀ ਵੀ ਰਿਕਵਰੀ ਹੋਈ ਆ ਔਰ ਬਾਕੀ ਵੀ ਸਾਡਾ ਜਿਹੜਾ ਬਾਕੀ ਸਿਸਟਮ ਆ, ਚਾਹੇ ਉਹ ਇੰਟੈਲੀਜੈਂਸ ਸਿਸਟਮ ਆ, ਸਾਡੇ ਬਾਕੀ ਵਿੰਗਸ ਆ, ਸਪੈਸ਼ਲਾਈਜ਼ਡ ਇੰਟਰਨਲ ਸਿਕਿਉਰਿਟੀ ਆ, ਕਾਊਂਟਰ ਇੰਟੈਲੀਜੈਂਸ ਆ, ਸਾਰੇ ਬੜੇ ਐਕਟਿਵ ਆ ਇਸ ਕੰਮ ਦੇ ਉੱਤੇ। ਸਰ ਕਿਉਂਕਿ ਇਸ ਵਾਰ NIA ਦੀ ਟੀਮ ਨੂੰ ਅਗਰ ਆਪਾਂ ਕਹੀਏ ਤਾਂ ਉਹਨਾਂ ਚਲਾ ਰਹੇ ਨੇ ਦਿਨਕਰ ਗੁਪਤਾ ਜੋ ਪਹਿਲੇ ਇੱਥੇ ਰਹਿ ਚੁੱਕੇ ਨੇ ਤੇ ਸ਼ਾਇਦ ਇਹ ਜੁਆਇੰਟ ਆਪਰੇਸ਼ਨ ਇਸ ਵਾਸਤੇ ਬਹੁਤ ਸਕਸੈਸਫੁਲ ਰਿਹਾ ਕਿਉਂਕਿ ਜਿਸ ਤਰ੍ਹਾਂ ਦੀ ਰੇਡਸ ਹੋਈਆਂ ਬਹੁਤ ਸਾਰੀ ਚੀਜ਼ਾਂ ਸਮੱਗਰੀਆਂ ਘਰ ਤੋਂ ਬਰਾਮਦ ਕੀਤੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਲੱਗਦਾ ਹੈ ਕਿ ਹੋਰ ਵੀ ਚੀਜ਼ਾਂ ਜਿਹੇ ਸਾਹਮਣੇ ਆ ਸਕਦੀਆਂ ਨੇ। ਦੇਖੋ, ਜਿਹੜੀਆਂ ਜਿੰਨੀਆਂ ਵੀ ਐਨਫੋਰਸਮੈਂਟ ਏਜੰਸੀਜ਼ ਹੁੰਦੀਆਂ ਉਹਨਾਂ ਦਾ ਜੁਆਇੰਟ ਇੱਕੋ ਹੀ ਮੋਟਿਵ ਹੁੰਦਾ ਹੈ ਕਿ ਪੀਸ ਮੇਨਟੇਨ ਕਰਨਾ ਦੇਸ਼ ਦੇ ਵਿੱਚ, ਸਟੇਟ ਦੇ ਵਿੱਚ। ਸੋ ਹਮੇਸ਼ਾ ਤੋਂ NIA ਦੇ ਨਾਲ ਬੜਾ ਵਧੀਆ ਕੋਆਰਡੀਨੇਸ਼ਨ ਰਿਹਾ ਪੰਜਾਬ ਪੁਲਿਸ ਦਾ ਔਰ ਜਿਸ ਤਰ੍ਹਾਂ ਦਾ ਕੋਆਰਡੀਨੇਸ਼ਨ ਪਹਿਲਾਂ ਰਿਹਾ ਬਹੁਤ ਇਫੈਕਟਿਵ, ਬਹੁਤ ਵਧੀਆ, ਉੱਦਾਂ ਦਾ ਹੀ ਕੋਆਰਡੀਨੇਸ਼ਨ ਅੱਗੇ ਰਹੇਗਾ ਫਰਦਰ। ਗਿੱਲ ਸਾਹਿਬ, ਕਿਉਂਕਿ ਸਵਾਲ ਇਹ ਵੀ ਉੱਠ ਰਹੇ ਨੇ ਕਿ ਜੋ ਆਪਰੇਸ਼ਨ ਇਸ ਵੇਲੇ ਹੋਇਆ ਕੀ ਇਹ ਸਿੱਧੂ ਮੂਸੇਵਾਲੇ ਦੀ ਹੱਤਿਆ ਦੇ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਤੇ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ, ਇਹ ਚੀਜ਼ਾਂ ਅਗਰ ਪਹਿਲੇ ਕੀਤੀਆਂ ਹੁੰਦੀਆਂ ਇਸ ਸਰਚ ਆਪਰੇਸ਼ਨ ਤਾਂ ਸ਼ਾਇਦ ਇਹ ਗੈਂਗਸਟਰ ਇੰਨੇ ਵੱਡੇ ਨਹੀਂ ਹੁੰਦੇ, ਜੇਲ੍ਹਾਂ ਵਿੱਚੋਂ ਆਪਣਾ ਧੰਦਾ ਨਹੀਂ ਚਲਾ ਰਹੇ ਹੁੰਦੇ। ਨਹੀਂ, ਇਹਦਾ ਡਾਇਰੈਕਟ ਲਿੰਕ ਇਸ ਪਾਰਟਿਕੂਲਰ ਕੇਸ ਦੇ ਨਾਲ ਨਹੀਂ ਹੈਗਾ, ਬਟ ਇਹ ਅੱਗੇ ਵੀ ਇਦਾਂ ਦੀ ਜੁਆਇੰਟ ਐਫਰਟਸ, ਜੁਆਇੰਟ ਜਿਹੜੇ ਸਰਚਿਸ ਆ ਉਹ ਚੱਲਦੀਆਂ ਰਹਿੰਦੀਆਂ ਵਾ। NIA ਦੇ ਨਾਲ ਪੰਜਾਬ ਪੁਲਿਸ ਦੀਆਂ ਬਹੁਤ ਵਾਰੀ ਪਹਿਲਾਂ ਵੀ ਸਰਚਿਸ ਹੁੰਦੀਆਂ। ਸੋ ਇਹ ਉਸੇ ਦੀ ਲੜੀ ਦੇ ਵਿੱਚ ਹੀ ਆ ਔਰ ਇਹ ਹਮੇਸ਼ਾ ਤੋਂ ਏਜੰਸੀਜ਼ ਜਿਹੜੀਆਂ ਹੁੰਦੀਆਂ ਸਿਕਿਉਰਿਟੀ ਏਜੰਸੀਜ਼ ਉਹ ਕੋਆਰਡੀਨੇਸ਼ਨ ਦੇ ਨਾਲ ਇੱਕ ਪਾਰਟਿਕੂਲਰ ਟਾਰਗੇਟ ਲੈ ਕੇ ਕਿਸੇ ਨਾ ਕਿਸੇ ਚੀਜ਼ ਉੱਤੇ ਕੰਮ ਕਰਦੀਆਂ ਰਹਿੰਦੀਆਂ ਵਾ ਔਰ ਇਸ ਚੀਜ਼ ਨੂੰ ਅਸੀਂ ਹੋਰ ਐਕਟਿਵ ਕੀਤਾ ਕਿਉਂਕਿ ਹੁਣ ਪੁਲਿਸ, ਪੰਜਾਬ ਪੁਲਿਸ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ ਪਿਛਲੇ 2.5-3 ਮਹੀਨੇ ਤੋਂ 2-2.5 ਮਹੀਨੇ ਤੋਂ ਪੰਜਾਬ ਪੁਲਿਸ ਬਹੁਤ ਐਕਟਿਵ ਆ। ਸਾਡੇ DGP ਸਾਹਿਬ ਬਹੁਤ ਐਕਟਿਵ ਫੀਲਡ ਦੇ ਵਿੱਚ ਆਪ ਜਾ ਰਹੇ ਆ, SHO ਤੋਂ ਲੈ ਕੇ ਉੱਪਰ ਤੱਕ ਮੀਟਿੰਗਸ ਕਰ ਰਹੇ ਸਭ ਦੇ ਨਾਲ। ਅੱਜ ਵੀ DG ਸਾਹਿਬ ਅੰਮ੍ਰਿਤਸਰ ਦੇ ਏਰੀਏ 'ਚ ਗਏ ਹੋਏ ਆ, ਉਹਨਾਂ ਨੇ ਪੂਰਾ ਬਾਰਡਰ ਵਿਜ਼ਿਟ ਕਰਨਾ ਅੱਜ ਤੇ ਕੱਲ੍ਹ। ਸੋ ਇਹ ਜਦੋਂ ਆਪਾਂ ਹੋਰ ਐਕਟਿਵ ਹੋ ਜਾਂਦੇ ਆ ਤਾਂ ਉਹ ਸਾਰੇ ਫਿਰ ਕੋਆਰਡੀਨੇਸ਼ਨ ਉੱਦਾਂ ਨਾਲ ਜਦੋਂ ਕੋਈ ਕੰਮ ਇੱਕ ਏਜੰਸੀ ਕਰ ਰਹੀ ਹੁੰਦੀ ਹੈ ਫਿਰ ਬਾਕੀ ਏਜੰਸੀਜ਼ ਵੀ ਪੂਰਾ ਕੋਆਰਡੀਨੇਟ ਕਰਦੇ ਆ ਉਹਨਾਂ ਦੇ ਨਾਲ। ਸਰ ਕਿਵੇਂ ਦੇਖਦੇ ਹੋ ਕਿਉਂਕਿ ਮੋਹਾਲੀ RGF ਅਟੈਕ ਹੋਵੇ, ਭਾਵੇਂ ਲੁਧਿਆਣਾ ਕੋਰਟ ਦੀ ਗੱਲ ਹੋਵੇ ਜਾਂ ਫਿਰ ਜਿਸ ਤਰ੍ਹਾਂ ਦੀ ਗਤੀਵਿਧੀਆਂ ਇਸ ਵੇਲੇ ਪੰਜਾਬ ਦੇ ਵਿਚਕਾਰ ਗੈਂਗਸਟਰਸ ਦੇ ਵੱਲੋਂ ਕੀਤੀ ਜਾ ਰਹੀਆਂ ਨੇ, ਹਥਿਆਰ ਕਿੱਥੋਂ ਆਉਂਦੇ? ਸਭ ਤੋਂ ਵੱਡਾ ਸਵਾਲ ਹਮੇਸ਼ਾ ਹਰ ਕੋਈ ਇਹੀ ਪੁੱਛ ਰਿਹਾ ਕਿ ਇਹਨਾਂ ਕੋਲੋਂ ਇਤਨੇ ਮਹਿੰਗੇ ਅਤੇ ਇਤਨੇ ਅਤਿਆਧੁਨਿਕ ਟੈਕਨੀਕ ਵਾਲੇ ਹਥਿਆਰ ਕਿਵੇਂ ਪਹੁੰਚ ਰਹੇ ਨੇ ਕਿ ਜੇ ਇੰਟਰ ਸਟੇਟ ਵੀ ਛੱਡ ਦਿਓ, ਬਾਹਰ ਪਾਕਿਸਤਾਨ ਦੀ ਗੱਲ ਕਰੀਏ, ਬੰਗਲਾਦੇਸ਼ ਦੀ ਜਾਂ ਨੇਪਾਲ ਦੀ ਗੱਲ ਕਰੀਏ, ਕਿਉਂਕਿ ਜਿਸ ਤਰ੍ਹਾਂ ਦੇ ਕਨੈਕਸ਼ਨ ਹੁਣ ਨਿਕਲ ਕੇ ਸਾਹਮਣੇ ਆ ਰਹੇ ਨੇ ਤਾਂ ਕੀ ਲੱਗਦਾ ਕਿ ਬਾਹਰੋਂ ਹਥਿਆਰ ਆ ਰਹੇ ਨੇ, ਸਿਰਫ ਡਰੋਨ ਦੇ ਰਾਹੀਂ ਨਹੀਂ ਆ ਰਹੇ, ਹੋਰ ਵੀ ਰੂਟਸ ਹੋਣਗੇ? ਨਹੀਂ, ਇਹਦੇ ਬਾਰੇ ਦੇਖੋ ਇੱਕ ਚੀਜ਼ ਬਾਰੇ ਬਹੁਤ ਸਪੈਸੀਫਿਕਲੀ ਗੱਲ ਨਹੀਂ ਕੀਤੀ ਜਾ ਸਕਦੀ, ਪਰ ਕਈ ਤਰ੍ਹਾਂ ਦੇ ਹਥਿਆਰ ਆ।
ਕਈ ਵੈਪਨ ਆ ਜਿਹੜੇ ਵਿਦਿਨ ਦੀ ਕੰਟਰੀ ਆਉਂਦੇ ਆ, ਕਈ ਦੂਜੀਆਂ ਸਟੇਟਸ ਤੋਂ ਆਉਂਦੇ ਆ, ਕਈ ਅਕ੍ਰੋਸ ਦੀ ਬਾਰਡਰ ਵੀ ਆਉਂਦੇ ਆ। ਸੋ ਡਿਪੈਂਡ ਕਰਦਾ ਕਿ ਕਿਸ ਤਰੀਕੇ ਦਾ ਵੈਪਨ ਆ। ਜਦੋਂ ਆਪਾਂ ਆਰਡੀਐਕਸ ਦੀ ਗੱਲ ਕਰਦੇ ਆ ਜਾਂ ਆਪਾਂ ਜਿਹੜੇ ਸੈਬੋਟਾਜ ਵਾਸਤੇ ਯੂਜ਼ ਹੁੰਦੇ, ਉਹ ਹਮੇਸ਼ਾ ਅਕ੍ਰੋਸ ਦੀ ਬਾਰਡਰ ਆਉਂਦੇ ਆ। ਜਿਹੜੇ ਕੋਈ ਬਾਕੀ ਜਿੱਦਾਂ ਪਿਸਟਲਸ ਆ ਜਾਂ ਰਿਵੋਲਵਰਸ ਆ ਜਾਂ ਹੋਰ ਇਸ ਤਰ੍ਹਾਂ ਦੇ ਵੈਪਨ ਆ ਜਿਹੜੇ, ਉਹ ਵਿਦਿਨ ਦੀ ਕੰਟਰੀ ਵੀ ਆਉਂਦੇ ਆ। ਸੋ ਕੇਸ ਟੂ ਕੇਸ ਬੇਸਿਸ ਤੇ ਹੀ ਐਨਾਲਾਈਜ਼ ਕੀਤਾ ਜਾਂਦਾ ਹੈ। ਲਾਸਟ ਸਵਾਲ ਹੈਗਾ, ਕਿਉਂਕਿ ਨਸ਼ੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਹੈਗੀ ਹੈ। ਇੱਕ ਅੰਮ੍ਰਿਤਸਰ ਦੀ ਨਵ ਵਿਵਾਹਿਤਾ ਔਰਤ ਜੋ ਹੈ ਨਸ਼ੇ ਦੀ ਹਾਲਤ ਦੇ ਵਿਚਕਾਰ ਦਿਖਾਈ ਦਿੰਦੀ, ਉਹ ਕਾਫੀ ਵਾਇਰਲ ਹੁੰਦੀ ਹੈ। ਬਹੁਤ ਸਾਰੇ ਸਵਾਲ ਉੱਠਦੇ ਨੇ ਕਿ ਆਖਿਰ ਨਸ਼ਾ ਜੇ ਸਪਲਾਈ ਹੋ ਰਿਹਾ ਹੈ ਤਾਂ ਫਿਰ ਰੋਕਣ ਦੇ ਲਈ ਕਿਵੇਂ ਇਸ ਨੂੰ ਆਪਾਂ ਕਰੀਏ? ਨਹੀਂ ਦੇਖੋ, ਇਹ ਤਾਂ ਸਾਡੀ ਬਹੁਤ ਪ੍ਰੋਐਕਟਿਵਲੀ ਤੁਸੀਂ ਦੇਖਿਆ ਪਿਛਲੇ 2.5 ਮਹੀਨੇ ਦੇ ਵਿੱਚ ਬਹੁਤ ਵੱਡੀਆਂ ਰਿਕਵਰੀਜ਼ ਹੋਈਆਂ। ਕੁਝ ਸਪੋਰੈਡਿਕ ਇਨਸੀਡੈਂਟਸ ਹੁੰਦੇ ਆ ਕਈ ਵਾਰੀ। ਉਹ ਇੱਕ ਜਿਹੜੀ ਪਾਰਟਿਕੂਲਰ ਇੱਕ ਲੇਡੀ ਦੀ ਫੁਟੇਜ ਆਈ ਆ, ਉਹਦੇ ਬਾਰੇ 'ਚ ਕਿਉਂਕਿ ਨਾਮ ਕਿਸੇ ਦਾ ਲੈਣਾ ਜਿਹੜਾ ਹੈ ਉਹ ਠੀਕ ਨਹੀਂ ਹੈ, ਬਟ ਉਹਦੇ ਕਾਫੀ ਉਹ ਕਈ ਚਿਰ ਤੋਂ ਕਈ ਹੋਰ ਅਲੱਗ-ਅਲੱਗ ਜਗ੍ਹਾ ਤੇ ਰਹਿ ਰਹੇ ਸੀਗੇ। ਅੰਮ੍ਰਿਤਸਰ ਤੋਂ ਬੈਕਗਰਾਊਂਡ ਉਹਨਾਂ ਦਾ ਨਹੀਂ ਹੈਗਾ, ਬਟ ਹੁਣ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਜਿਹਦੇ ਉੱਤੇ ਸਸਪੀਸ਼ਨ ਆ ਕਿ ਜਿਹਦੇ ਤੋਂ ਡਰੱਗਸ ਲੈ ਕੇ ਆਏ ਹੋ ਸਕਦੇ ਆ, ਉਹ ਪਿਨ ਪੁਆਇੰਟ ਕਰ ਲਿਆ। ਪੰਜਾਬ ਪੁਲਿਸ ਨੇ ਰੇਡ ਵੀ ਕੀਤੀ ਸੀ, ਸਰਚ ਵੀ ਕੀਤੀ ਸੀ। ਅਜੇ ਉਹ ਦੌੜੇ ਹੋਏ ਆ ਕੁਝ ਲੋਕ, ਔਰ ਉਹ ਜਿਹੜਾ ਏਰੀਆ ਵਾ ਉਹਨੂੰ ਆਲਰੇਡੀ ਅੰਮ੍ਰਿਤਸਰ ਦਾ ਉਹ ਹੌਟ ਸਪੌਟ ਆ। ਉਸ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਇਸ ਸਾਲ 2022 ਦੇ ਵਿੱਚ ਪੁਲਿਸ ਨੇ 43 FIR ਦਰਜ ਕੀਤੀਆਂ ਹੈ। ਕਾਫੀ ਭਾਰੀ ਮਾਤਰਾ ਦੇ ਵਿੱਚ ਉੱਥੋਂ ਹੈਰੋਇਨ, ਓਪੀਐਮ ਉਹ ਜਿਹੜੀ ਰਿਕਵਰ ਵੀ ਕੀਤੀ ਆ। ਸੋ ਇਹ ਕਈ ਇਨਸੀਡੈਂਟ ਇਦਾਂ ਦੇ ਹੁੰਦੇ ਆ, ਬਟ ਪੁਲਿਸ ਆਪਣੇ ਵੱਲੋਂ ਪੂਰੀ ਤਰ੍ਹਾਂ ਪ੍ਰੋਐਕਟਿਵ ਹੈ ਇਸ ਕੇਸਿਸ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਜੋ ਹੈ ਪ੍ਰੋਐਕਟਿਵ ਹੈ, ਨਸ਼ੇ ਦੇ ਖਿਲਾਫ ਜੋ ਮੁਹਿੰਮ ਚੱਲ ਰਹੀ ਹੈ ਉਹ ਜਾਰੀ ਰਹੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ NIA ਹੈਲਪ ਮੰਗੇਗਾ ਪੰਜਾਬ ਪੁਲਿਸ ਇਹਨਾਂ ਦੇ ਨਾਲ ਦੇਣਗੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ TV।